ਤੁਹਾਨੂੰ ਯਾਦ ਹੋਣਾ ਕਿ ਕੁਝ ਦਿਨ ਪਹਿਲਾਂ ਅਸੀਂ ਇੱਕ ਜਿਹੜੀ ਪੋਸਟ ਸ਼ੇਅਰ ਕੀਤੀ ਸੀ ਰੇਡੀਓ ਸਪਾਈਸ ਦੇ ਫੇਸਬੁੱਕ ਪੇਜ ਦੇ ਉੱਤੇ, ਔਰ ਉਹਨੂੰ ਬੜਾ ਵਧੀਆ ਰਿਸਪੌਂਸ ਮਿਲਿਆ। ਔਰ ਉਸੇ ਰਿਸਪੌਂਸ ਦੇ ਮੱਦੇਨਜ਼ਰ ਸਾਡੇ ਮਨ ਦੇ ਵਿੱਚ ਖਿਆਲ ਸੀ ਕਿ ਇਹ ਗੱਲਬਾਤ ਜਿਹੜੀ ਹੈ ਇਹਨੂੰ ਸਾਡੇ ਸਰੋਤਿਆਂ ਤੱਕ ਲੈ ਕੇ ਅਸੀਂ ਹਾਜ਼ਰ ਹੋਈਏ, ਤਾਂ ਕਿ ਜਿਹੜੀਆਂ ਵੀ ਜਾਣਕਾਰੀਆਂ ਤੁਹਾਡੇ ਤੱਕ ਪਹੁੰਚਣੀਆਂ ਚਾਹੀਦੀਆਂ ਨੇ ਉਸ ਸਮੇਂ ਸਿਰ ਪਹੁੰਚਦੀਆਂ ਕਰ ਦਈਏ। ਸੋ ਲੌਫਰ ਸਟੂਡੀਓ ਦੇ ਵਿੱਚ ਸਾਡੇ ਨਾਲ ਸਮਾਂ ਕੱਢ ਕੇ ਆਏ ਕਮਲਦੀਪ ਸਿੰਘ ਹੁਣਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਵੀਰ ਕਮਲਦੀਪ ਸਿੰਘ ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਵੈਰੀ ਮਚ। ਨੋ ਪ੍ਰੋਬਲਮ ਜੀ। ਕਮਲਦੀਪ ਸਿੰਘ ਜੀ, ਤੁਸੀਂ ਥੋੜ੍ਹਾ ਜਿਹਾ ਮਾਈਕ ਦੇ ਲਾਗੇ ਹੋ ਜਾਓ ਤਾਂ ਕਿ ਗੱਲਬਾਤ ਜਿਹੜੀ ਆ ਉਹ ਰੇਡੀਓ ਦੇ ਉੱਤੇ ਵੀ ਪੈਰਲ ਜਾ ਰਹੀ ਹੈ ਅਤੇ ਨਾਲ ਫੇਸਬੁੱਕ ਪੇਜ ਦੇ ਉੱਤੇ ਇਸ ਨੂੰ ਸਾਡੇ ਜਿਹੜੇ ਦੂਰ ਦਰਾਡੇ ਬੈਠੇ ਸੱਜਣ ਪਿਆਰੇ ਨੇ ਉਹ ਦੇਖ ਵੀ ਸਕਦੇ ਨੇ। ਕਮਲਦੀਪ ਸਿੰਘ ਜੀ, ਇਹ ਜਿਹੜੀ ਕੰਪਨੀ ਹੈ ਰਿਚੀਜ਼, ਇਹ ਅੱਜ ਕੱਲ੍ਹ ਬਹੁਤ ਚਰਚਾ ਦੇ ਵਿੱਚ ਹੈ ਔਰ ਕਾਫੀ ਆਕਰਸ਼ਕ ਜਿਹੜੇ ਪੇ ਰੇਟਸ ਨੇ ਇਹ ਪੇ ਕਰ ਰਹੀ ਹੈ। ਸੋ ਮੈਂ ਜਿਹੜੀ ਤੁਹਾਡੀ ਟਾਈ, ਤੁਹਾਡਾ ਕੋਟ ਪੈਂਟ, ਤੁਹਾਡਾ ਐਨ ਪ੍ਰੈਸ ਕੀਤੀ ਹੋਈ ਸ਼ਰਟ ਤੋਂ ਅੰਦਾਜ਼ਾ ਲਾ ਰਿਹਾ ਕਿ ਇਹ ਕੰਪਨੀ ਜਿਹੜੀ ਬਹੁਤ ਚੜ੍ਹਦੀ ਕਲਾ ਵਾਲੀ ਕੰਪਨੀ ਹੈ ਅਤੇ ਬੜੀ ਸਾਰਥਕ ਯਤਨ ਕਰ ਰਹੀ ਹੈ ਵੀ ਸਾਡੇ ਜਿਹੜੇ ਪੰਜਾਬੀ ਭਾਈਬੰਦ ਨੇ ਉਹਨਾਂ ਨੂੰ ਰੁਜ਼ਗਾਰ ਦੇ ਵਧੀਆ ਮੌਕੇ ਜਿਹੜੇ ਨੇ ਇਸ ਮੁਲਕ ਦੇ ਵਿੱਚ ਦਿੱਤੇ ਜਾ ਸਕਣ। ਸੋ ਹੋਰ ਜਾਣਕਾਰੀ ਜਿਹੜੀ ਇਸ ਕੰਪਨੀ ਦੇ ਬਾਰੇ ਅਤੇ ਇਹਦੇ ਵਿੱਚ ਜਿਹੜੀਆਂ ਓਪਰਚੁਨਿਟੀ ਸਾਡੇ ਭੈਣਾਂ ਭਰਾਵਾਂ ਦੇ ਲਈ ਉਪਲਬਧ ਨੇ, ਮੈਂ ਭੈਣਾਂ ਭਰਾਵਾਂ ਦੋ ਲਫ਼ਜ਼ ਵਰਤੇ ਆ ਕਿਉਂਕਿ ਸਾਡੀਆਂ ਭੈਣਾਂ ਵੀ ਬਹੁਤ ਡਰਾਈਵਿੰਗ ਦੇ ਵਿੱਚ ਆ ਗਈਆਂ। ਸੋ ਮੈਂ ਚਾਹਾਂਗਾ ਕਿ ਤੁਸੀਂ ਉਹ ਜ਼ਰੂਰ ਜਾਣ ਪਛਾਣ ਦੇ ਤੌਰ 'ਤੇ ਕੁਝ ਪਹਿਲਾਂ ਆਪਣੇ ਬਾਰੇ ਦੱਸੋ। ਤੁਹਾਡਾ ਰੋਲ ਇਸ ਕੰਪਨੀ ਦੇ ਵਿੱਚ ਕੀ ਹੈ, ਕਿਵੇਂ ਇਹ ਸਬੱਬ ਬਣਿਆ ਕਿ ਅੱਜ ਆਪਾਂ ਇਕੱਠੇ ਬੈਠੇ ਹਾਂ? ਹਾਂਜੀ ਬਿਲਕੁਲ ਜੀ, ਪਹਿਲਾਂ ਰੋਜੀ ਰੋਟੀ ਤੋਂ ਸਟਾਰਟ ਕਰਾਂਗੇ ਜੀ। ਰਿਚੀਜ਼ ਕੰਪਨੀ 'ਚ ਮੈਂ ਆਪਰੇਸ਼ਨ ਮੈਨੇਜਰ ਹੈਗਾ ਜੀ। ਤੇ ਰਿਚੀਜ਼ ਜਿਹੜੀ ਕੰਪਨੀ ਹੈਗੀ ਇਹ ਥਰੂ ਆਊਟ ਕੰਟਰੀ ਹੈਗੀ ਜੀ। ਸਾਡੇ ਕੋਲ ਅਬਾਊਟ 20 ਤੋਂ 22 ਡੇਪੋ ਨੇ, not only in Auckland, every part of the country, South Island, Christchurch, Dunedin, Invercargill, ਹਰੇਕ ਜਗ੍ਹਾ ਇਹਨਾਂ ਦੇ ਡੇਪੋ ਨੇ। ਤੇ ਸਾਡੇ ਕੋਲ 1500 ਤੋਂ 1600 ਬੱਸਾਂ ਨੇ ਜੋ ਕਿ ਇਸ ਟਾਈਮ ਆਪਰੇਸ਼ਨਲ ਨੇ। ਹਾਂਜੀ, ਤੇ ਹਰੇਕ ਟਾਊਨ ਦੇ ਵਿੱਚ ਕਹਿ ਲਓ ਕਿ ਸਾਡੇ ਕੋਲ ਕਾਊਂਸਲ ਦੇ ਕੰਟਰੈਕਟ ਨੇ ਜੋ ਕਿ ਪਬਲਿਕ ਸਰਵਿਸ ਕੰਟਰੈਕਟ ਨੇ, ਮਿਨਿਸਟਰੀ ਆਫ ਐਜੂਕੇਸ਼ਨਸ ਦੇ ਕੰਟਰੈਕਟ ਨੇ, ਰੇਲ ਸਰਵਿਸ ਦੇ ਕੰਟਰੈਕਟ ਨੇ, ਤੀ ਹੋਈ ਆ ਜਿਹੜੀ ਹੈਮਿਲਟਨ ਰੇਲ ਚੱਲਦੀ ਆ ਉਹਦੇ ਵੀ ਕੰਟਰੈਕਟ ਨੇ। ਤੇ ਕਹਿਣ ਦਾ ਮਤਲਬ ਵੀ ਬਿਜ਼ਨਸ ਫੁੱਲ ਆਨ ਹੈ ਜੀ। ਤੇ ਐਟ ਦੀ ਮੂਮੈਂਟ ਆਕਲੈਂਡ ਦੇ ਅੰਦਰ ਬਹੁਤ ਅੱਗੇ ਹੈ ਜੀ। ਹਲੇ ਕਿ ਸਾਡੇ ਕੋਲ 200 ਵੈਕੈਂਸੀਆਂ ਜਿਹੜੀਆਂ ਹਾਲੇ ਚੱਲ ਰਹੀਆਂ ਨੇ ਜਿਹਦੇ ਲਈ ਅਸੀਂ ਹਾਇਰ ਕਰ ਰਹੇ ਨੇ। ਸਿਰਫ ਆਕਲੈਂਡ ਦੇ ਅੰਦਰ 200 ਵੈਕੈਂਸੀਆਂ ਨੇ, ਬਾਕੀ ਕੰਟਰੀ ਦੇ ਅੰਦਰ ਸਾਨੂੰ ਕੁੱਲ ਮਿਲਾ ਕੇ 300-350 ਬੰਦੇ ਦੀ ਲੋੜ ਹੈਗੀ ਹੈ। ਠੀਕ ਹੈ ਜੀ, ਬਹੁਤ ਸਹੀ ਗੱਲ ਆ। ਕਮਲਦੀਪ ਸਿੰਘ, ਜਿਹੜਾ ਤੁਹਾਡਾ ਰੋਲ ਆ ਉਹ ਬੜਾ ਮਹੱਤਵਪੂਰਨ ਰੋਲ ਆ ਕੰਪਨੀ ਦੇ ਵਿੱਚ। ਤੁਹਾਡੇ ਰੋਲ ਦੇ ਵਿੱਚ ਸਾਡੇ ਭੈਣਾਂ ਭਰਾਵਾਂ ਨੇ ਜਦੋਂ ਤੁਹਾਡੇ ਨਾਲ ਸੰਪਰਕ ਕਰਨਾ, ਤੁਸੀਂ ਉਹਨਾਂ ਦੀ ਕਿਵੇਂ ਮਦਦ ਕਰ ਸਕੋਗੇ? ਜਿਹੜੀਆਂ ਤੁਸੀਂ ਵੇਕੈਂਸੀਜ਼ ਦੀ ਗੱਲ ਕੀਤੀ ਹੈ, ਹਿਊਜ ਨੰਬਰਸ ਆਲ ਓਵਰ ਦ ਕੰਟਰੀ, ਜਦੋਂ ਕਿਤੇ ਵੀ ਤੁਹਾਡੇ ਨਾਲ ਕਿਸੇ ਨੇ ਸੰਪਰਕ ਕਰਨਾ, ਮੈਂ ਫ਼ੋਨ ਨੰਬਰ ਵੈਸੇ ਉਹਦੇ 'ਤੇ ਪਾ ਦਿੱਤਾ। ਇਸ ਦੇ ਬਾਵਜੂਦ ਜਿਹੜੀ ਤੁਹਾਡੇ ਨਾਲ ਸਿੱਧੀ ਗੱਲ ਹੋਣੀ ਹੈ ਕਿਉਂਕਿ ਤੁਹਾਡੀ ਆਪਣੀ ਜ਼ਬਾਨ ਤੁਸੀਂ ਉਹਨਾਂ ਦੀ ਬੋਲਦੇ ਹੋ, ਅਤੇ ਤੁਸੀਂ ਉਹਨਾਂ ਦੀ ਮਦਦ ਕਿਵੇਂ ਕਰ ਸਕਦੇ ਹੋ ਇਸ ਰੋਲ ਦੇ ਵਿੱਚ? ਬਿਲਕੁਲ ਜੀ, ਜਿੱਦਾਂ ਹਰੇਕ ਕੰਟਰੀ ਦੇ ਅੰਦਰ ਪੰਜਾਬੀਆਂ ਦਾ ਬਹੁਤ ਇੰਪੋਰਟੈਂਟ ਰੋਲ ਹੈ ਜੀ। ਹਰੇਕ ਕੰਟਰੀ ਦੀ ਉੱਨਤੀ ਦੇ ਅੰਦਰ, ਹਰੇਕ ਕੰਪਨੀ ਦੀ ਉੱਨਤੀ ਦੇ ਅੰਦਰ ਪੰਜਾਬੀਆਂ ਦਾ ਬਹੁਤ ਰੋਲ ਹੈ ਜੀ। ਅਤੇ ਉਹਨਾਂ ਵਿੱਚ ਪੰਜਾਬੀਆਂ ਵਿੱਚ ਭੈਣ ਅਤੇ ਭਰਾ ਦੋਨੇ ਆਉਂਦੇ ਨੇ ਜੀ। ਤੇ ਸਾਡੇ ਕੋਲ ਵੈਰੀ ਸਟਰੋਂਗ ਨੰਬਰਸ ਤੇ ਸਾਡੇ ਕੋਲ ਪੰਜਾਬੀ ਜਿਹੜੀ ਕਮਿਊਨਿਟੀ ਕੰਮ ਕਰਦੀ ਹੈ। ਤੇ ਮੇਰੀ ਇਹ ਕਹਿ ਲਓ ਵੀ ਮੇਰੀ ਖੁਸ਼ਕਿਸਮਤੀ ਹੈ ਕਿ ਮੈਂ ਇੱਥੇ ਇਸ ਕੰਪਨੀ ਨਾਲ ਕੰਮ ਕਰਦਾ ਤੇ ਜਿੰਨੇ ਆਪਣੇ ਪੰਜਾਬੀ ਭੈਣ ਭਰਾ ਨੇ ਉਹਨਾਂ ਦੀ ਹੈਲਪ ਕਰਦਾ ਆਪਣੀ ਲੈਂਗੁਏਜ ਦੇ ਅੰਦਰ। ਨਾਟ ਓਨਲੀ ਹਾਇਰਿੰਗ ਤੋਂ ਲੈ ਕੇ ਜੀ ਉਹਨਾਂ ਦੇ CV ਤੋਂ ਲੈ ਕੇ ਡਰਾਈਵਿੰਗ ਰੋਲ ਤੱਕ, ਪੁਲਿਸ ਕਲੀਅਰੈਂਸ ਫਰੋਮ ਹਾਈ ਕਮਿਸ਼ਨ ਤੱਕ, JP ਸਰਵਿਸਿਜ਼, VTNZ ਦੇ ਜਿਹੜੇ ਐਪਲੀਕੇਸ਼ਨ ਫਾਰਮ ਤੱਕ ਜਿਹੜੇ ਭਰੇ ਜਾਂਦੇ ਆ ਜੀ, ਉਹਦੇ ਲਈ ਅਸੀਂ ਹੈਲਪ ਕਰਦੇ ਹਾਂ। ਜਿਨ੍ਹਾਂ ਨੇ ਜੋਬ ਨਹੀਂ ਵੀ ਜੁਆਇਨ ਕਰਨੀ, ਜਿਨ੍ਹਾਂ ਨੂੰ ਸਿਰਫ ਗਾਈਡੈਂਸ ਦੀ ਲੋੜ ਹੈ ਕਿ ਓਵਰਸੀਜ਼ ਜਿਹੜਾ ਲਾਇਸੈਂਸ ਹੈਗਾ ਉਹਨੂੰ ਕਿੱਦਾਂ ਕਨਵਰਟ ਕਰਾਈਏ ਨਿਊਜ਼ੀਲੈਂਡ ਦੇ ਅੰਦਰ, ਤੇ ਇੰਡਸਟਰੀ 'ਚ ਕਿੱਦਾਂ ਇਹ ਟਰਾਂਸਪੋਰਟ ਇੰਡਸਟਰੀ ਜਿਹੜੀ ਬਹੁਤ ਵੱਡੀ ਇੰਡਸਟਰੀ ਹੈ ਨਿਊਜ਼ੀਲੈਂਡ ਦੇ ਅੰਦਰ, ਹੋਰ ਕੰਟਰੀਆਂ ਦੇ ਅੰਦਰ ਵੀ, ਬਟ ਨਿਊਜ਼ੀਲੈਂਡ 'ਚ ਇਹਦਾ ਬਹੁਤ ਇੰਪੋਰਟੈਂਟ ਰੋਲ ਹੈਗਾ। ਅਤੇ ਨਾਟ ਓਨਲੀ ਜੋਬ ਜੀ, ਹਰੇਕ ਚੀਜ਼ ਲਈ ਅਸੀਂ ਹੈਲਪ ਕਰਦੇ ਹਾਂ, ਸਪੋਰਟ ਵੀ ਕਰਦੇ ਹਾਂ, ਪੇਡ ਟ੍ਰੇਨਿੰਗ ਵੀ ਦਿੰਦੇ ਹਾਂ ਜਿਨ੍ਹਾਂ ਨੇ ਜੁਆਇਨ ਕੀਤਾ ਹੈਗਾ। ਰੀਸੈਂਟਲੀ ਸਾਡੇ ਕੋਲ ਇਹ ਬਹੁਤ ਕਹਿਣਾ ਮਤਲਬ ਵੀ ਬਹੁਤ ਚੜ੍ਹ ਕੇ ਆਇਆ ਕਿ ਜਿਹੜੀ ਲੇਡੀਜ਼ ਇਸ ਇੰਡਸਟਰੀ 'ਚ ਆ ਰਹੀਆਂ ਨੇ, ਭੈਣਾਂ ਜਿਹੜੀ ਫੀਮੇਲਸ ਜਿਹੜੀ ਇਸ ਇੰਡਸਟਰੀ 'ਚ ਆ ਰਹੀਆਂ ਨੇ ਉਹ ਬਹੁਤ ਨੰਬਰ 'ਤੇ ਆ ਰਹੀਆਂ ਨੇ। ਅਤੇ ਦੇਖ ਕੇ ਬਹੁਤ ਫਖਰ ਹੁੰਦਾ ਵੀ ਹਾਂ ਉਹ ਵੀ ਇਸ ਇੰਡਸਟਰੀ ਨੂੰ ਜੁਆਇਨ ਕਰਕੇ ਕੰਟਰੀ ਨੂੰ ਅੱਗੇ ਵਧਾਉਣਾ ਚਾਹੁੰਦੀਆਂ ਨੇ, ਕਮਿਊਨਿਟੀ ਨੂੰ ਅੱਗੇ ਵਧਾਉਣਾ ਚਾਹੁੰਦੀਆਂ, ਅਤੇ ਅਫਕੋਰਸ ਆਪਣਾ ਰੋਜੀ ਰੋਟੀ ਜਿਹੜਾ ਰੋਜ਼ਗਾਰ ਉਹ ਕਮਾਉਣਾ ਚਾਹੁੰਦੀਆਂ ਨੇ। ਵੈਰੀ ਨਾਈਸ। ਅਸਾਂ ਜਿਹੜੀ ਮੈਂ ਪਹਿਲਾਂ ਗੱਲ ਕਰ ਰਹੀ ਸੀ ਰੇਡੀਓ ਸਪਾਈਸ ਦੇ ਫੇਸਬੁੱਕ ਪੇਜ ਦੇ ਉੱਤੇ ਜਿਹੜੀ ਪੋਸਟ ਨੂੰ ਕਾਫੀ ਹੁੰਗਾਰਾ ਮਿਲਿਆ, ਉਹਦੇ ਵਿੱਚ ਕਾਫੀ ਆਕਰਸ਼ਕ ਰੇਟਸ ਜਿਹੜੇ ਆ ਉਹ ਦੇਖਣ ਨੂੰ ਮਿਲ ਰਹੇ ਸੀ। ਅਪ ਟੂ $27 ਜਿਹੜਾ ਉਹਦੇ ਵਿੱਚ ਤਨਖਾਹ ਦੀ ਗੱਲ ਕੀਤੀ ਗਈ ਹੈ। ਜਦੋਂ ਇੱਕ ਬੰਦਾ ਪੁਲਿਸ ਕਲੀਅਰੈਂਸ ਜਿਹੜੀ ਆ ਉਹਨੂੰ ਮਿਲ ਜਾਂਦੀ ਹੈ, ਸਾਰੀ ਜਿਹੜੀ ਫਾਰਮੈਲਿਟੀ ਹੈ, ਪੇਪਰ ਵਰਕ ਜਦੋਂ ਉਹਦਾ ਪੂਰਾ ਹੋ ਜਾਂਦਾ, ਉਸ ਤੋਂ ਬਾਅਦ ਫਿਰ ਕਿੰਨਾ ਕੁ ਸਮਾਂ ਲੱਗ ਜਾਂਦਾ ਉਹਨੂੰ ਐਕਚੁਅਲ 'ਚ ਬੱਸ ਦੀ ਸੀਟ 'ਤੇ ਬਹਿਣ ਨੂੰ ਅਤੇ $27 ਤੱਕ ਪਰ ਆਵਰ ਅਰਨ ਕਰਨੇ ਨੂੰ? ਉਹ ਵੀ ਪ੍ਰੋਸੈਸ ਥੋੜ੍ਹਾ ਜਿਹਾ ਜ਼ਰੂਰ ਸਾਡੇ ਪਿਆਰਿਆਂ ਨਾਲ ਸਾਂਝਾ ਕਰੋ। ਬਿਲਕੁਲ ਜੀ,
ਜਿੱਦਾਂ ਕਿ ਪ੍ਰੋਗਰੈਸ ਜਿਹੜੀ ਸਟਾਰਟ ਹੁੰਦੀ ਹੈ, ਸਾਡੇ ਕੋਲ 3-4 ਤਰ੍ਹਾਂ ਦੀ ਵੈਕੈਂਸੀਆਂ ਨੇ। ਇੱਕ ਹੁੰਦੀ ਹੈ ਜੀ ਟ੍ਰੇਨਿੰਗ ਵੈਕੈਂਸੀ, ਜਿਹਦੇ 'ਚ ਨਵੇਂ ਬੰਦੇ ਜਿਹੜੇ ਜੁਆਇਨ ਕਰਨਾ ਚਾਹੁੰਦੇ ਟਰਾਂਸਪੋਰਟ 'ਚ, ਉਹਨਾਂ ਕੋਲ ਕਲਾਸ 1 ਹੁੰਦਾ ਹੈ। ਉਹਨਾਂ ਨੂੰ ਅੱਗੇ ਤੱਕ ਲੈ ਜਾਣ ਤੱਕ 4 ਵੀਕ ਲੱਗ ਜਾਂਦੇ, ਡਿਪੈਂਡ ਕਰਦਾ ਵੀ ਕਿੰਨੀ ਛੇਤੀ ਉਹ ਸਿੱਖਦੇ ਆ। ਕਈ ਬੰਦੇ ਸਾਡੇ 10 ਦਿਨ 'ਚ ਬਾਹਰ ਆ ਜਾਂਦੇ ਆ, ਜਿਨ੍ਹਾਂ ਦਾ ਪੇਪਰ ਵਰਕ ਰੈਡੀ ਹੈ। ਕਈਆਂ ਨੂੰ 4 ਹਫ਼ਤੇ ਵੀ ਲੱਗਦੇ ਆ, ਤੇ ਅਸੀਂ ਛੱਡਦੇ ਨਹੀਂ ਉਹਨਾਂ ਨੂੰ। ਕਈਆਂ ਨੂੰ 6 ਹਫ਼ਤੇ ਵੀ ਲੱਗਦੇ ਆ। ਸਾਰਿਆਂ ਨੂੰ ਟ੍ਰੇਨ ਕਰਕੇ ਹੀ ਛੱਡਦੇ ਆ। ਸਾਡੇ ਕੋਲ ਕੁਝ ਇੱਦਾਂ ਦੇ ਬੰਦੇ ਸੀਗੇ ਜੋ ਗੱਡੀਆਂ ਚਲਾਉਣ ਤੋਂ ਵੀ ਕਤਰਾਉਂਦੇ ਸੀ, ਗੱਡੀਆਂ ਚਲਾਉਣ ਤੋਂ ਵੀ ਡਰਦੇ ਸੀ ਨਿਊਜ਼ੀਲੈਂਡ 'ਚ। ਅੱਜ ਉਹ ਸਾਡੇ ਨਾਲ ਬੱਸ ਚਲਾ ਰਹੇ ਆ ਐਜ਼ ਅ ਕੰਫੀਡੈਂਟ ਡਰਾਈਵਰ। ਮੈਂ ਹਾਂਜੀ ਵੈਰੀ ਪ੍ਰਾਊਡ ਹੈ ਉਹਨਾਂ ਤੇ ਉਸ ਤੋਂ ਬਾਅਦ ਜੀ ਜਿਹੜੇ ਕੁਆਲੀਫਾਈਡ ਡਰਾਈਵਰ ਆ ਜਾਂਦੇ ਕਲਾਸ 1 ਤੇ P ਵਾਲੇ, ਉਹ ਸਾਡੇ ਲਈ ਟੈਕਸੀਆਂ ਚਲਾ ਰਹੇ ਨੇ, ਜੋ ਕਿ ਆਕਲੈਂਡ ਟਰਾਂਸਪੋਰਟ ਦੀ ਸਰਵਿਸ ਹੈਗੀ ਹੈ ਬਿਟਵੀਨ ਪਾਪਾਕੂਰਾ ਤੇ ਤਕਨੀਨੀ ਦੇ ਅੰਦਰ। ਉਹ ਚੱਲ ਰਹੀ ਹੈ ਜੀ ਪਬਲਿਕ ਟਰਾਂਸਪੋਰਟ ਟਾਈਮ ਟੇਬਲ ਦੇ ਉੱਪਰ, ਮੰਡੇ ਟੂ ਫਰਾਈਡੇ, ਸੈਟਰਡੇ, ਸੰਡੇ ਚੱਲ ਰਹੀ ਹੈ, ਜਿਹਦਾ ਬਹੁਤ ਵਧੀਆ ਰਿਸਪੌਂਸ ਹੈਗਾ। ਤੇ ਆਉਣ ਵਾਲੇ ਸਮੇਂ 'ਚ ਉਹ ਅੱਗੇ ਹੋਰ ਸਬਬ 'ਚ, ਪੁਖੀਕੋਈ 'ਚ, ਮਨਕਾਓ ਦੇ ਏਰੀਆ 'ਚ ਵੀ ਚੱਲਣਗੀਆਂ। ਇਹ ਸੀਗੀ ਕਲਾਸ 1 ਤੇ P ਵਾਲੇ ਬੰਦੇ ਜਿਹੜੇ ਉਬਰ ਚਲਾਉਂਦੇ ਆ। ਉਹਨਾਂ ਨੇ ਆਪਣਾ ਟੋਟਲੀ ਜਿਹੜਾ ਐਮਪਲੋਇਮੈਂਟ ਚੇਂਜ ਕਰ ਲਿਆ ਹੈਗਾ। ਅੱਛਾ ਭਾਜੀ, ਇਹਦੇ ਲਈ ਰੈਜ਼ੀਡੈਂਟ ਬੰਦਾ ਜਿਹੜਾ ਉਹੀ ਐਲੀਜੀਬਲ ਹੈ? ਜਿਹੜੇ ਵਰਕ ਪਰਮਿਟ ਤੇ ਸਾਡੇ ਮਾਈਗ੍ਰੈਂਟਸ ਨੇ ਉਹ ਵੀ ਐਲੀਜੀਬਲ ਨੇ? ਬਿਲਕੁਲ ਜੀ, ਮਾਈਗ੍ਰੈਂਟ ਵੀ ਐਲੀਜੀਬਲ ਨੇ, ਵਰਕ ਪਰਮਿਟ ਵਾਲੇ ਵੀ ਐਲੀਜੀਬਲ ਨੇ। ਜੇ ਕਿਸੇ ਨੂੰ ਵਰਕ ਪਰਮਿਟ ਦੇ ਹੈਲਪ ਦੀ ਵੀ ਲੋੜ ਹੈਗੀ ਹੈ, ਉਹਦੇ 'ਚ ਵੀ ਕੰਪਨੀ ਸਪੋਰਟ ਕਰਦੀ ਹੈ ਜੀ। ਸਾਡੀ ਕੰਪਨੀ ਐਕ੍ਰੈਡਿਟਡ ਹੈ ਨਿਊਜ਼ੀਲੈਂਡ ਡਿਪਾਰਟਮੈਂਟ ਆਫ ਲੇਬਰ ਵੱਲੋਂ, ਤੇ ਦੈਟ ਮੀਨਸ ਸੂਨ ਇਹਨੂੰ ਐਸੈਂਸ਼ੀਅਲ ਸਕਿੱਲ 'ਚ ਵੀ ਗਿਣਿਆ ਜਾਊਗਾ, ਕਿਉਂਕਿ ਡਰਾਈਵਰ ਦੀ ਇੰਨੀ ਸ਼ਾਰਟੇਜ ਹੈਗੀ ਹੈ ਇਸ ਕੰਟਰੀ ਦੇ ਅੰਦਰ ਐਟ ਦੀ ਮੂਮੈਂਟ। ਬਿਲਕੁਲ ਸਹੀ। ਹਾਂਜੀ, ਤੇ ਬਿਲਕੁਲ ਡੈਫੀਨੇਟਲੀ ਜੇ ਤੁਸੀਂ ਜੁਆਇਨ ਕਰੋਗੇ, ਤੁਹਾਨੂੰ ਵੀਜ਼ੇ ਦੀ ਲੋੜ ਹੈ, ਵਰਕ ਪਰਮਿਟ ਦੀ ਲੋੜ ਹੈ। ਆਫਟਰ ਦਿਸ ਅਸੀਂ ਬਿਲਕੁਲ ਇਮੀਗ੍ਰੇਸ਼ਨ ਆਫਿਸ 'ਚ ਜਾ ਰਹੇ ਹਾਂ ਸੂਨ, ਡਿਸਕਸ ਕਰਨ ਲਈ, ਸਪੋਰਟ ਸਿਸਟਮ ਨੂੰ ਵੈਲ ਡਿਵੈਲਪ ਕਰਨ ਲਈ, ਫਾਸਟ ਰਿਸਪੌਂਸ ਲਈ। ਤੇ ਉਹ ਸਾਡੀ ਨੈਕਸਟ ਜਿਹੜਾ ਅੱਜ ਦਾ ਪ੍ਰੋਜੈਕਟ ਹੈਗਾ ਉਹ ਹੈਗਾ। ਅੱਛਾ, ਮਹਿੰਗਾਈ ਬੜੀ ਹੋ ਗਈ, ਜਿਹੜੀ ਮੈਂ ਪਹਿਲਾਂ ਗੱਲ ਕੀਤੀ ਸੀ, ਆਪਾਂ ਉਹ 'ਤੇ ਜਰਾ ਖੁੱਲ੍ਹ ਕੇ ਚਰਚਾ ਕਰ ਲਈਏ। ਤੁਸੀਂ ਇਹ ਦਾਅਵਾ ਕੀਤਾ ਵੀ $27 ਤੱਕ ਪੇ ਜਿਹੜੀ ਆ ਉਹ ਤੁਸੀਂ ਅਰਨ ਕਰ ਸਕਦੇ ਹੋ। ਵੈਸੇ ਮੈਂ ਇਹ ਵੀ ਮਹਿਸੂਸ ਕੀਤਾ ਵੀ ਉਹ ਤੋਂ ਜ਼ਿਆਦਾ ਵੀ ਅਰਨ ਕਰ ਸਕਦੇ ਹੋ। ਉਹ ਪੋਟੈਂਸ਼ੀਅਲ ਕਿੰਨਾ ਕੁ ਆ, ਉਹ ਸਾਡੇ ਪਿਆਰਿਆਂ ਨੂੰ ਜ਼ਰੂਰ ਦੱਸੋ, ਤਾਂ ਕਿ ਜਿਹੜੀ ਮਹਿੰਗਾਈ ਆ ਉਹਦੇ ਮੱਦੇਨਜ਼ਰ ਜੇ ਉਹਨਾਂ ਵਿੱਚੋਂ ਕੋਈ ਵੀ ਫੁੱਲ ਟਾਈਮ ਐਜ਼ ਅ ਡਰਾਈਵਰ ਤੁਹਾਨੂੰ ਜੁਆਇਨ ਕਰਨ ਦੀ ਸੋਚ ਰਿਹਾ, ਜਿਹੜਾ ਓਵਰਆਲ ਕੰਮ ਕਰਨ ਦਾ ਇਨਵਾਇਰਮੈਂਟ ਆ ਤੁਹਾਡੀ ਇਸ ਕੰਪਨੀ ਦੇ ਵਿੱਚ, ਉਹ ਕਿਵੇਂ ਹੈ? ਅਤੇ ਵਰਕਰਸ ਵਾਸਤੇ ਹੋਰ ਕਿਹੜੀਆਂ ਜਿਹੜੀਆਂ ਵੈਲਫੇਅਰ ਸਕੀਮਾਂ ਨੇ ਜਿਹੜੀਆਂ ਤੁਸੀਂ ਨਾਲ ਉਹਨਾਂ ਨੂੰ ਪ੍ਰੋਵਾਈਡ ਕਰਦੇ ਹੋ? ਅਤੇ ਤਨਖਾਹ ਦਾ ਪੱਖ ਜਿਹੜਾ, ਇਹ ਸਾਰਾ ਤੁਸੀਂ ਖੁੱਲ੍ਹ ਕੇ ਜ਼ਰੂਰ ਸਾਡੇ ਨਾਲ ਚਰਚਾ ਕਰੋ। ਬਿਲਕੁਲ ਜੀ, ਜਿੱਦਾਂ ਕਿ ਭਾਜੀ ਨੇ ਪੁੱਛਿਆ ਹੈਗਾ, ਹਰੇਕ ਬੰਦਾ ਜਦੋਂ ਕੰਮ ਕਰਦਾ ਉਹਦੇ ਕੋਲ ਕਮਿਟਮੈਂਟ ਹੁੰਦੇ ਨੇ, ਫਾਈਨੈਂਸ਼ਲੀ, ਫੈਮਿਲੀ, ਪਰਸਨਲ ਜਿਹੜੇ ਕਮਿਟਮੈਂਟ ਹੁੰਦੇ ਨੇ। ਫਾਈਨੈਂਸ਼ਲੀ ਇਹ ਕਲੈਰੀਫਾਈ ਕਰਨਾ ਚਾਹਾਂਗੇ ਕਿ ਕੰਪਨੀ ਅਪ ਟੂ $27 ਪੇ ਕਰ ਰਹੀ ਹੈ ਕੁਆਲੀਫਾਈਡ ਡਰਾਈਵਰਸ ਨੂੰ। ਠੀਕ ਹੈ ਜੀ। ਨਾਟ ਓਨਲੀ ਦੈਟ, ਜਿਨ੍ਹਾਂ ਕੋਲ ਕਲਾਸ 4 ਹੈਗਾ, P ਇੰਡੋਸਮੈਂਟ ਹੈਗੀ ਹੈ, ਜੋ ਕਿ 2 ਸਾਲ ਲਈ ਸਾਡੇ ਨਾਲ ਕੰਟੈਕਟ ਕਰਨਾ ਚਾਹੁੰਦੇ ਆ, ਉਹਨਾਂ ਲਈ $28.50 ਦੀ ਵੈਕੈਂਸੀ ਹੈਗੀ ਹੈ। ਫੁੱਲ ਟਾਈਮ ਸਟ੍ਰੇਟ ਡਿਊਟੀਜ਼, $28.50 ਦੀ ਵੈਕੈਂਸੀ ਵੀ ਸਾਡੇ ਕੋਲ ਹੈਗੀ ਹੈ। ਠੀਕ ਹੈ। ਜਿਹੜੇ ਬੰਦੇ ਸ਼ਾਮ ਨੂੰ ਕੰਮ ਕਰਦੇ ਆ, ਘਰ ਤੋਂ ਦੂਰ ਰਹਿੰਦੇ ਆ, ਵਿਦਿਨ ਆਕਲੈਂਡ ਘਰ ਤੋਂ ਦੂਰ ਰਹਿੰਦੇ ਆ, ਸਾਡੇ ਲੋਕਲ ਏਰੀਆ 'ਚ ਹੀ ਕੰਮ ਕਰਦੇ ਆ, ਪਬਲਿਕ ਟਰਾਂਸਪੋਰਟ ਤੇ 9:30 ਵਜੇ ਤੋਂ ਬਾਅਦ ਤੱਕ ਕੰਮ ਕਰਦੇ ਆ, ਉਹਨਾਂ ਨੂੰ $30 ਨਾਈਟ ਅਲਾਊਂਸ ਵੀ ਦਿੱਤਾ ਜਾਂਦਾ ਹੈ। ਨੋਨ ਟੈਕਸੇਬਲ ਨਾਈਟ ਅਲਾਊਂਸ ਹੈਗਾ ਜੀ, ਜੋ ਕਿ ਤੁਹਾਡੀ ਐਵਰੇਜ ਕੁੱਲ ਮਿਲਾ ਕੇ $29-30 ਤੁਹਾਡੀ ਪੈ ਜਾਂਦੀ ਹੈ, ਜੇ ਤੁਸੀਂ $27 ਵਾਲੀ ਵੀ ਰੋਲ ਕਰਦੇ ਹੋ ਸਾਡੇ ਨਾਲ। ਵੈਰੀ ਨਾਈਸ। ਠੀਕ ਹੈ ਜੀ। ਦੂਜੀ ਕਮਿਟਮੈਂਟ ਜਿਹੜੀ ਸਾਡੇ ਹਰੇਕ ਬੰਦੇ ਦੀ ਹੁੰਦੀ ਹੈ ਵੀ ਫੈਮਿਲੀ ਕਮਿਟਮੈਂਟ। ਜਦੋਂ ਸਾਡੇ ਰੋਸਟਰ ਤਿਆਰ ਕੀਤੇ ਜਾਂਦੇ ਆ, ਸਾਡੇ ਰੋਸਟਰ ਫਿਕਸਡ ਰੋਸਟਰ ਨੇ, ਰੋਟੇਸ਼ਨਲ ਨਹੀਂ ਹੁੰਦੇ। ਜਿਹੜਾ ਬੰਦਾ ਸਵੇਰੇ ਕੰਮ ਕਰਦਾ ਉਹ ਸਵੇਰੇ ਹੀ ਕਰੂਗਾ, ਜਿਹੜਾ ਬੰਦਾ ਸ਼ਾਮਾਂ ਨੂੰ ਕੰਮ ਕਰਦਾ ਉਹ ਸ਼ਾਮਾਂ ਨੂੰ ਹੀ ਕਰੂਗਾ, ਜੋ ਵੀਕਐਂਡ ਤੇ ਕੰਮ ਕਰਦਾ ਉਹ ਸਿਰਫ ਵੀਕਐਂਡ ਤੇ ਹੀ ਕਰੂਗਾ। ਤੇ ਰੋਸਟਰ ਜਦੋਂ ਬਣਾਏ ਜਾਂਦੇ ਆ, ਇਹ ਮੱਦੇਨਜ਼ਰ ਜ਼ਰੂਰ ਰੱਖਿਆ ਜਾਂਦਾ ਵੀ ਉਹਨਾਂ ਦੀ ਫੈਮਿਲੀ ਸਰਕਮਸਟੈਂਸਿਸ ਦੇਖੇ ਜਾਣ, ਉਹਨਾਂ ਦੀ ਕਮਿਟਮੈਂਟਸ ਦੇਖੇ ਜਾਣ। ਜਦੋਂ ਤੁਹਾਡੇ ਜਿਹੜਾ ਫੈਮਿਲੀ ਸਾਈਡ ਹੈ, ਜਦੋਂ ਤੁਹਾਡੀ ਕਮਿਟਮੈਂਟ ਸਾਈਡ ਹੈ, ਉਹ ਕਲੀਅਰ ਹੋਊਗੀ, ਡੈਫੀਨੇਟਲੀ ਤੁਸੀਂ ਹੈਪੀਲੀ ਕੰਮ ਕਰੋਗੇ, ਲੌਂਗ ਟਰਮ ਕੰਮ ਕਰੋਗੇ। ਜੇ ਉਹ ਨਹੀਂ ਤੁਹਾਡੀ ਕਲੀਅਰ ਹੋਊਗੀ, ਡੈਫੀਨੇਟਲੀ ਤੁਸੀਂ ਨਹੀਂ ਰੁਕੋਗੇ ਕਿਸੇ ਵੀ ਕੰਪਨੀ 'ਚ, ਥੋੜ੍ਹੀ ਦੇਰ ਤੋਂ ਜ਼ਿਆਦਾ ਵੀ ਨਹੀਂ ਰੁਕੋਗੇ। ਤੇ ਕੁੱਲ ਮਿਲਾ ਕੇ ਵੀ ਪੂਰਾ ਫੁੱਲ ਪੈਕੇਜ ਹੈ ਜੀ। ਫੈਮਿਲੀ ਇਨਵਾਇਰਮੈਂਟ ਹੈਗਾ, ਸਾਲ 'ਚ 4 ਵਾਰੀ ਅਸੀਂ ਲੰਗਰ ਕਰਦੇ ਹਾਂ। ਲੰਗਰ ਇਨ ਦਾ ਸੈਂਸ ਬਾਰਬੀਕਿਊ ਵੀ ਹੁੰਦਾ ਗੋਰਿਆਂ ਵਾਲਾ, ਚਾਹ ਸਮੋਸੇ ਦਾ ਲੰਗਰ ਵੀ ਹੁੰਦਾ। ਤੇ ਦੀਵਾਲੀ ਵੇਲੇ ਸਾਡਾ ਆਪਣਾ ਡਰਾਈਵਰਾਂ ਭਰਾਵਾਂ ਲਈ, ਉਹਨਾਂ ਦੀ ਫੈਮਲੀਆਂ ਲਈ ਸਾਡਾ ਆਪਣਾ ਭਟੂਰੇ ਛੋਲਿਆਂ ਦਾ ਲੰਗਰ ਵੀ ਹੁੰਦਾ। ਹਰ ਤਰ੍ਹਾਂ ਨਾਲ ਕਹਿਣ ਦਾ ਮਤਲਬ ਵੀ ਹਰੇਕ ਕਮਿਊਨਿਟੀ ਨੂੰ ਇਨਵੋਲਵ ਕਰਕੇ ਅਸੀਂ ਇੱਕ ਫੈਮਿਲੀ ਇਨਵਾਇਰਮੈਂਟ ਬਣਾਇਆ ਹੋਇਆ ਹੈ। ਅਸੀਂ ਚਾਹੁੰਦੇ ਹਾਂ ਵੀ ਜਿਹੜੇ ਬੰਦੇ, ਜੇ ਭਾਈ ਵੀਰ ਭੈਣਾਂ ਜਿਹੜੇ ਸਾਡੇ ਕੋਲ ਕੰਮ ਕਰਨ, ਉਹ ਹਰ ਤਰ੍ਹਾਂ ਨਾਲ ਖੁਸ਼ ਰਹਿਣ, ਫਾਈਨੈਂਸ਼ਲੀ ਵੀ, ਪਰਸਨਲੀ ਵੀ, ਇਨ ਦਾ ਸੈਂਸ ਵੀ ਫੈਮਿਲੀ ਕਮਿਟਮੈਂਟ ਉਹਨਾਂ ਦੀ ਪੂਰੀ ਰਹੇ। ਨਿਆਣੇ ਵੀ ਦੇਖ ਸਕਦੇ ਆ ਆਪਣੇ ਰੋਸਟਰ ਦੇ ਕੰਮ ਦੇ ਰੋਸਟਰ ਦੇ ਹਿਸਾਬ ਨਾਲ, ਤੇ ਆਫਕੋਰਸ ਆਪਣੀ ਜਿਹੜੀ ਡੇਲੀ ਅਰਨਿੰਗ ਹੈ ਉਹ ਵੀ ਚੰਗੀ ਤਰ੍ਹਾਂ ਕਮਾ ਸਕਦੇ ਆ। ਹਰੇਕ ਸ਼ਹਿਰ ਦਾ ਆਪਣਾ ਇੱਕ ਵੱਖਰੀ ਧਰਾਤਲ ਹੁੰਦੀ ਹੈ, ਆਪਣੀ ਗਰਾਊਂਡ ਰਿਐਲਿਟੀ ਹੁੰਦੀ ਹੈ। ਉੱਥੇ ਜਿਹੜੀ ਡੈਮੋਗ੍ਰਾਫਿਕ ਸਿਚੁਏਸ਼ਨ ਦੇ ਮੱਦੇਨਜ਼ਰ ਆਕਲੈਂਡ ਤੋਂ ਬਾਹਰ ਬਹੁਤ ਇਲਾਕੇ ਆ ਜਿੱਥੇ ਤੁਹਾਨੂੰ ਹੁਣ ਡਰਾਈਵਰਸ ਦੀ ਲੋੜ ਆ। ਸਾਡੇ ਬਹੁਤ ਮਾਈਗਰੈਂਟ ਆ,
ਜਿਹੜੇ ਇਸ ਚੱਕਰ ਦੇ ਵਿੱਚ ਆਕਲੈਂਡ ਤੋਂ ਬਾਹਰ ਜਾਣ ਦੇ ਲਈ ਮਜਬੂਰ ਹੋ ਗਏ। ਇੱਥੇ ਮਕਾਨਾਂ ਦੀਆਂ ਕੀਮਤਾਂ ਬਹੁਤ ਜ਼ਿਆਦਾ ਤੇ ਲੋਕਾਂ ਨੂੰ ਲੱਗਣ ਲੱਗਿਆ ਕਿ ਨਹੀਂ ਯਾਰ ਆਪਾਂ ਇੱਥੋਂ ਮੂਵ ਕਰ ਜਾਈਏ। ਫੋਰ ਐਗਜ਼ਾਮਪਲ ਮੈਂ ਰੋਲਸਟੋਨ ਦੀ ਐਗਜ਼ਾਮਪਲ ਦਿੰਦਾ ਹੁਣ, ਅਕਸਰ ਕ੍ਰਾਈਸਟਚਰਚ ਇਲਾਕੇ ਦੇ ਵਿੱਚ ਜਾਂ ਸਾਡੇ ਜਿਹੜੇ ਇਲਾਕੇ ਵਾਈਕਾਟੋ ਦੇ ਬਾਹਰ ਇਲਾਕੇ ਨੇ, ਉੱਥੇ ਕਾਫੀ ਕਮਿਊਨਿਟੀ ਨਵੇਂ ਜਿਹੜੇ 1,65,000 ਵਾਲਾ ਵਨ ਆਫ ਰੈਜ਼ੀਡੈਂਟ ਵੀਜ਼ਾ ਵਾਲੇ ਸਾਡੇ ਜਿਹੜੇ ਭੈਣ ਭਰਾ, ਉਹਨਾਂ ਨੇ ਆਪਣੀ ਰਿਹਾਇਸ਼ ਜਿਹੜੀ ਹੈ ਉਹ ਜਾਂ ਤਾਂ ਸ਼ੁਰੂ ਕਰ ਲਈ ਜਾਂ ਉਹਨਾਂ ਨੇ ਕਰ ਲੈਣੀ ਆ, ਕਿਉਂਕਿ ਜੋ ਹਾਲਾਤ ਨੇ। ਹਾਂਜੀ, ਆਕਲੈਂਡ ਸਿਟੀ ਕੌਂਸਲ ਦੇ ਤੁਹਾਨੂੰ ਪਤਾ ਹੈ ਵੀ ਚਾਹੇ ਤੇਲ ਮਹਿੰਗਾ ਹੈ ਜਾਂ ਹੋਰ ਕਈ ਗੱਲਾਂ ਹੈਗੀਆਂ। ਸੋ ਆਕਲੈਂਡ ਤੋਂ ਬਾਹਰ ਇਹ ਮੰਨਦਾ ਮੈਂ ਕਿ ਆਕਲੈਂਡ ਦੇ ਵਿੱਚ 32% ਵਸੋਂ ਜਿਹੜੀ ਮੁਲਕ ਦੀ ਉਹ ਵਸਦੀ ਆ, ਜਿੱਥੇ ਬੈਠੇ ਤੁਸੀਂ ਤੇ ਮੈਂ ਗੱਲਾਂ ਕਰ ਰਹੇ ਹਾਂ। ਲੇਕਿਨ ਆਕਲੈਂਡ ਦੇ ਬਾਹਰ ਜਿਹੜੀਆਂ ਓਪਰਚੁਨਿਟੀਜ਼ ਆ, ਥੋੜ੍ਹਾ ਜਿਹਾ ਉਹਨਾਂ ਨੂੰ ਐਲੈਬੋਰੇਟ ਕਰੋ। ਬਿਲਕੁਲ ਜੀ, ਜਿੱਦਾਂ ਕਿ ਸਾਡੇ ਕੋਲ ਕਈ ਭੈਣ ਭਰਾ ਸੀਗੇ ਜੋ ਕਿ ਸਾਡੇ ਕੋਲ ਆਕਲੈਂਡ 'ਚ ਕੰਮ ਕਰਦੇ ਸੀਗੇ। ਮਹਿੰਗਾਈ ਨੂੰ ਦੇਖਦੇ ਹੋਏ, ਆਕਲੈਂਡ ਕਾਉਂਸਲ ਦੇ ਰੇਟਸ, ਹਰੇਕ ਚੀਜ਼ ਨੂੰ ਦੇਖਦੇ ਹੋਏ ਉਹਨਾਂ ਨੂੰ ਜਿੱਦਾਂ ਇੱਕ ਮਜਬੂਰੀ ਕਹਿ ਲਓ ਜਾਂ ਉਹਨਾਂ ਨੂੰ ਓਪਰਚੁਨਿਟੀ ਕਹਿ ਲਓ ਵੀ ਉਹਨਾਂ ਨੂੰ ਓਪਰਚੁਨਿਟੀ ਬਾਹਰ ਮਿਲੀ ਹੈ ਕਿ ਉਹ ਆਪਣਾ ਘਰ ਵਸਾਉਣ, ਆਪਣਾ ਨਵਾਂ ਘਰ ਲੈਣ। ਤੇ ਜੇਕਰ ਤੁਸੀਂ ਰਿਚਿਸ ਜੁਆਇਨ ਕਰਦੇ ਹੋ, ਜੇ ਤੁਸੀਂ ਕਿਸੇ ਹੋਰ ਸਬਰਬ 'ਚ ਟਾਊਨ 'ਚ ਮੂਵ ਕਰ ਰਹੇ ਹੋ, ਜਿੱਦਾਂ ਕਿ ਪਹਿਲੇ ਮੈਂ ਆਖਿਆ ਸਾਡੇ ਕੋਲ 20 ਤੋਂ ਲੈ ਕੇ 22 ਡੇਪੋ ਨੇ ਥਰੂ ਆਊਟ ਕੰਟਰੀ। ਜੇ ਤੁਸੀਂ ਫਰੋਮ ਡੇਪੋ 1 ਤੋਂ ਡੇਪੋ 2, ਰੋਟਰੂਆ, ਕ੍ਰਾਈਸਟਚਰਚ, ਇਨੂਕਾਗਿਲ, ਡਨਿਡਿਨ, ਟਿਮਰੂ, ਕਿਤੇ ਵੀ ਤੁਸੀਂ ਮੂਵ ਕਰਨਾ ਚਾਹੁੰਦੇ ਹੋ, ਸਾਡੇ ਕੋਲ ਫੁੱਲ ਟਾਈਮ ਵੈਕੈਂਸੀਜ਼, ਪਾਰਟ ਟਾਈਮ ਵੈਕੈਂਸੀਜ਼ ਉੱਥੇ ਵੀ ਹੈਗੀਆਂ ਨੇ। ਤੇ ਕਹਿਣ ਦਾ ਮਤਲਬ ਵੀ ਤੁਹਾਡੇ ਕੋਲ ਇਹ ਪ੍ਰਿਵਿਲੇਜ ਹੈਗਾ, ਜੇ ਤੁਸੀਂ ਆਕਲੈਂਡ 'ਚ ਸਟਾਰਟ ਕੀਤਾ ਹੈ, ਜੇ ਤੁਸੀਂ ਕਿਸੇ ਹੋਰ ਟਾਊਨ 'ਚ ਮੂਵ ਹੋਣਾ ਹੈਗਾ, ਉਹਦੇ ਲਈ ਤੁਹਾਨੂੰ ਪ੍ਰੈਫਰੈਂਸ ਦਿੱਤੀ ਜਾਏਗੀ। ਬਿਕੋਜ਼ ਐਟ ਦ ਐਂਡ ਆਫ ਦ ਡੇ ਸਾਡਾ ਮੋਟਿਵ ਇਹ ਹੈ ਕਿ ਹਰੇਕ ਨੂੰ ਰੋਜ਼ਗਾਰ ਮਿਲੇ, ਵਧੀਆ ਰੋਜ਼ਗਾਰ ਮਿਲੇ, ਫਾਈਨੈਂਸ਼ੀਅਲ ਬੈਨੀਫਿਟਸ ਵੀ ਹੋਣ, ਤੇ ਆਫਕੋਰਸ ਜਿੱਦਾਂ ਕਿ ਆਖਿਆ ਕਿ ਫੈਮਿਲੀ ਜਿਹੜੇ ਸਰਕਮਸਟੈਂਸਿਸ ਹੈ ਉਹ ਵੀ ਈਜ਼ੀ ਰਹਿਣ ਸਾਰਿਆਂ ਲਈ। ਸੋ ਤੁਸੀਂ ਵੈਸੇ ਵੀ ਕੰਪਨੀ ਵੱਲੋਂ ਇਸ ਗੱਲ ਦੀ ਪੂਰੀ ਕੋਸ਼ਿਸ਼ ਕਰਦੇ ਹੋ ਕਿ ਉਹਨਾਂ ਦੀ ਜਿਹੜੀ ਆਮ ਜ਼ਿੰਦਗੀ ਹੈ ਉਹਦੇ ਵਿੱਚ ਜਿੱਥੇ ਕਿਤੇ ਵੀ ਤੁਹਾਡੀ ਸਪੋਰਟ ਦੀ, ਤੁਹਾਡੀ ਹਮਾਇਤ ਦੀ ਲੋੜ ਹੈ, ਤੁਸੀਂ ਇੱਕ ਕੰਪਨੀ ਦੇ ਆਪਰੇਸ਼ਨਲ ਮੈਨੇਜਰ ਹੋਣ ਦੇ ਨਾਤੇ ਉਹਨਾਂ ਦੇ ਦੁੱਖ ਸੁੱਖ ਦੇ ਵਿੱਚ ਜ਼ਰੂਰ ਸ਼ਾਮਲ ਹੁੰਦੇ ਹੋ। ਮੇਰਾ ਇਹ ਮੰਨਣਾ ਹੈ ਵੀ ਸਾਡੇ ਨਵੇਂ ਪੂਰ ਦੇ ਜਿਹੜੇ ਨੌਜਵਾਨ ਨੇ, ਉਹਨਾਂ ਦੇ ਲਈ ਇਹ ਓਪਰਚੁਨਿਟੀ ਹੋ ਸਕਦਾ ਹੈ ਵੈਰੀ ਫਸਟ ਓਪਰਚੁਨਿਟੀ ਹੋਵੇ ਜਾਂ ਸੈਕਿੰਡ ਜਾਂ ਥਰਡ ਓਪਰਚੁਨਿਟੀ ਹੋਵੇ ਇਸ ਮੁਲਕ ਦੇ ਵਿੱਚ ਆਉਣ ਤੋਂ ਬਾਅਦ, ਕਿਉਂਕਿ ਸ਼ੁਰੂਆਤੀ ਦੌਰ ਦੇ ਵਿੱਚ ਵੀ ਆਰ ਆਲ ਇਕਨੋਮਿਕ ਮਾਈਗਰੈਂਟਸ, ਆਪਾਂ ਨੂੰ ਬੜੀਆਂ ਔਡ ਜੌਬਸ ਕਰਨੀਆਂ ਪੈਂਦੀਆਂ। ਸੋ ਇਹਨੂੰ ਮੈਂ ਇੱਕ ਪ੍ਰੋਪਰ ਜੌਬ ਕਹਿ ਸਕਦਾ ਵੀ ਜਿਹਦੇ ਵਿੱਚ ਤੁਸੀਂ ਸਟੇਬਲ ਆ, ਕੱਲ੍ਹ ਨੂੰ ਤੁਸੀਂ ਆਪਣੇ ਲੋਨ ਵਗੈਰਾ ਅਪਰੂਵ ਕਰਾਉਣੇ ਆ ਤਾਂ ਤੁਹਾਡੀ ਕੰਪਨੀ ਜਿਹੜੀ ਆ ਉਹ ਖੁੱਲ੍ਹ ਕੇ ਆਪਣੇ ਜਿਹੜੇ EMPLOYEES ਆ ਉਹਨਾਂ ਦਾ ਸਾਥ ਦਿੰਦੀ ਹੈ। ਆਕਲੈਂਡ ਦੇ ਬਾਹਰ ਜਿਹੜੇ ਸਾਡੇ ਲੋਕ ਵਸਦੇ ਨੇ ਉਹਨਾਂ ਨੂੰ ਵੀ ਇਹ ਜਾਣਕਾਰੀ ਦੇ ਦਈਏ ਕਿ ਇਹ ਜਿਹੜੀ ਕੰਪਨੀ ਹੈ ਆਪਣੀਆਂ ਇਹਨਾਂ ਸਾਰੀਆਂ ਸਹੂਲਤਾਂ ਦੇ ਨਾਲ ਦੇਸ਼ ਭਰ ਦੇ ਵਿੱਚੋਂ ਕਿਤੇ ਵੀ ਤੁਸੀਂ ਮੁਫਤ ਕਾਲ ਕਰਨੀ ਹੋਵੇ 0800 488 848 0800 488 848 ਦੇ ਉੱਤੇ ਤੁਸੀਂ ਗੱਲਬਾਤ ਕਮਲਦੀਪ ਸਿੰਘ ਹੋਣਾ ਨਾਲ ਕਰ ਸਕਦੇ ਹੋ। ਕਮਲਦੀਪ ਸਿੰਘ, ਜਿਹੜੀ ਤੁਸੀਂ ਜ਼ਿਕਰ ਕੀਤਾ ਕਿ ਅਸੀਂ ਪੱਕਾ ਰੋਸਟਰ ਦਿੰਦੇ ਹਾਂ ਜੀ, ਇਹ ਨਹੀਂ ਵੀ ਪਹਿਲਾਂ ਤੁਸੀਂ 4 ਵਜੇ ਸ਼ੁਰੂ ਕਰਨਾ, ਫਿਰ ਅਗਲੇ ਦਿਨ ਤੁਸੀਂ 6 ਵਜੇ ਸ਼ੁਰੂ ਕਰਨਾ, ਉਹ ਤੋਂ ਇੱਕ ਹਫ਼ਤਾ ਤੁਸੀਂ ਕਹੋ ਨਹੀਂ ਜੀ ਹੁਣ ਤੁਸੀਂ ਭਾਜੀ 8 ਵਜੇ ਸ਼ੁਰੂ ਕਰਨਾ, 10 ਵਜੇ ਬ੍ਰੇਕ ਲੈ ਲੈਣੀ 2 ਘੰਟੇ ਦੀ, ਫਿਰ ਤੁਸੀਂ 2 ਵਜੇ ਦੁਬਾਰਾ ਆਉਣਾ। ਇਹ ਜਿਹੜਾ ਖਲਜਗਣਾ ਤੁਸੀਂ ਉਹਨੂੰ ਕਾਫੀ ਹੱਦ ਤੱਕ ਵਧੀਆ ਢੰਗ ਦੇ ਨਾਲ ਕੰਪਾਈਲ ਕੀਤਾ ਹੋਇਆ ਤਾਂ ਕਿ ਰੋਸਟਰ ਜਿਹੜੇ ਆ ਉਹ ਪ੍ਰੋਪਰ ਬਣੇ ਹੋਣ, ਬੰਦੇ ਨੂੰ ਘੱਟ ਤੋਂ ਘੱਟ ਉਹਦੀ ਆਮ ਜ਼ਿੰਦਗੀ ਦੇ ਵਿੱਚ ਖਲਲ ਪਵੇ। ਇਹਨੂੰ ਥੋੜ੍ਹਾ ਜਿਹਾ ਹੋਰ ਐਲੈਬੋਰੇਟ ਕਰੋ, ਕਿਉਂਕਿ ਸਾਡੇ ਘਰਾਂ ਦੇ ਵਿੱਚ ਜਦੋਂ ਜਿਹੜੀਆਂ ਯੰਗ ਫੈਮਿਲੀਜ਼ ਨੇ ਉਹਨਾਂ ਨੇ ਆਪਣੇ ਬੱਚਿਆਂ ਨੂੰ ਕਿੰਡਰਗਾਰਟਨ ਦੇ ਵਿੱਚ ਡਰੋਪ ਕਰਨਾ, ਬਾਅਦ ਦੁਪਹਿਰ 3 ਵਜੇ ਸਕੂਲ 'ਚੋਂ ਚੱਕਣਾ ਵੀ ਆ, ਅਤੇ ਉਸ ਤੋਂ ਬਾਅਦ ਕਈ ਘਰ ਇੱਦਾਂ ਦੇ ਜਿੱਥੇ ਇੱਕ ਗੱਡੀ ਦੇ ਨਾਲ ਹੀ ਗੁਜ਼ਾਰਾ ਚੱਲਦਾ, ਉਹਨਾਂ ਨੇ ਹੁੰਦਾ ਸਵੇਰ ਨੂੰ ਜਾਣ ਲੱਗੇ ਘਰ ਵਾਲੀ ਨੂੰ ਕੰਮ 'ਤੇ ਲਾ ਦਿਆਂਗੇ ਅਤੇ ਦੁਪਹਿਰੋਂ ਬਾਅਦ ਆ ਕੇ ਚੱਕ ਲਾਂਗੇ। ਸੋ ਉਹਦੇ ਕਰਕੇ ਮੈਨੂੰ ਲੱਗਦਾ ਇਹ ਚੀਜ਼ ਹੋਰ ਵੀ ਲਾਜ਼ਮੀ ਆ ਵੀ ਜਿਹੜਾ ਤੁਸੀਂ ਵਧੀਆ ਢੰਗ ਦੇ ਨਾਲ ਇਹਨੂੰ ਕੰਪਾਈਲ ਕਰਕੇ ਅਤੇ ਆਪਣੇ ਲੋਕਾਂ ਤੱਕ ਇਹਦੀ ਪਹੁੰਚ ਬਣਾ ਲਈ ਕਿ ਅਸੀਂ ਪੱਕਾ ਰੋਸਟਰ ਜਿਹੜਾ ਉਹ ਦਿਆਂਗੇ। ਮੈਨੂੰ ਇੱਕ ਥੋੜ੍ਹਾ ਜਿਹਾ ਕੋਈ ਕੇਸ ਸਟੱਡੀ ਇੱਦਾਂ ਦੀ ਦੱਸੋ, ਆਕਲੈਂਡ ਦੇ ਵਿੱਚ ਫਰਜ਼ ਕਰ ਲਓ ਇੱਕ ਬੰਦਾ ਜਿਹੜਾ ਉਹ ਨਵਾਂ ਜੁਆਇਨ ਕਰ ਰਿਹਾ, ਉਹਦੀ ਟ੍ਰੇਨਿੰਗ ਕਿੰਨੇ ਚਿਰ ਦੀ ਹੋਏਗੀ? ਫਰਜ਼ ਕਰ ਲਓ ਮੈਂ ਜੁਆਇਨ ਕਰਨਾ, ਉਹਦੀ ਟ੍ਰੇਨਿੰਗ ਕਿੰਨੇ ਚਿਰ ਦੀ ਹੋਏਗੀ, ਕਿੰਨੇ ਚਿਰਾਂ ਬਾਅਦ ਔਨ ਐਵਰੇਜ ਇੱਕ ਡਰਾਈਵਰ ਜਿਹੜਾ ਉਹ ਫੁੱਲ ਫਲੈਜ ਆਪਣੀ ਇੰਡੀਵਿਜੂਅਲੀ ਰਨ ਕਰਨ ਲੱਗ ਪੈਂਦਾ ਬੱਸ ਦੇ ਵਿੱਚ, ਅਤੇ ਉਹਦੀਆਂ ਰੋਸਟਰ ਦੇ ਵਿੱਚ ਕਿਸ ਤਰ੍ਹਾਂ ਦੀਆਂ ਟਾਈਮਿੰਗਸ ਹੋਣਗੀਆਂ, ਛੁੱਟੀ ਉਹਦੀ ਕਿਸ ਤਰ੍ਹਾਂ ਪਲਾਨ ਹੁੰਦੀ ਆ, ਉਹ ਥੋੜ੍ਹਾ ਜਿਹਾ ਕੇਸ ਸਟੱਡੀ ਦੇ ਮੁਤਾਬਕ ਜ਼ਰੂਰ ਦੱਸੋ। ਬਿਲਕੁਲ ਜੀ, ਜਿੱਦਾਂ ਕਿ ਸਟਾਰਟਿੰਗ 'ਚ ਦੱਸਦੇ ਆ ਰਹੇ ਹਾਂ ਵੀ ਸਾਡੇ ਜਿਹੜੇ ਰੋਸਟਰ ਨੇ ਫਿਕਸਡ ਰੋਸਟਰ ਨੇ। ਫਸਟ ਆਫ ਆਲ ਕਿ ਤੁਹਾਡੀ ਲਾਈਫ ਸਟਾਈਲ ਜਿਹੜਾ ਉਹ ਫਿਕਸਡ ਰਹੇ। ਸਾਡੇ ਕੋਲ ਇੱਦਾਂ ਦੇ ਵੀ ਕੇਸਿਸ ਨੇ, ਕੇਸਿਸ ਕਹਿਣ ਦਾ ਸੈਂਸ ਕਹਿ ਲਓ ਵੀ ਇੱਦਾਂ ਦੀ ਵੀ ਫੈਮਲੀਜ਼ ਨੇ ਜੋ ਕਿ ਹਸਬੈਂਡ ਤੇ ਵਾਈਫ ਦੋਨੇ ਸਾਡੇ ਕੋਲ ਕੰਮ ਕਰਦੇ ਨੇ। ਕਿਆ ਬਾਤ। ਸਵੇਰੇ ਵਾਈਫ ਕੰਮ ਕਰਦੀ ਹੈ, ਸ਼ਾਮ ਨੂੰ ਹਸਬੈਂਡ ਕੰਮ ਕਰਦਾ ਹੈ, ਗੱਡੀ ਇੱਕੋ ਹੀ ਹੈ। ਸਵੇਰੇ ਵਾਈਫ ਉਹ ਗੱਡੀ ਯੂਜ਼ ਕਰਦੀ ਹੈ, ਕੰਮ 'ਤੇ ਆ ਜਾਂਦੀ ਹੈ, ਸ਼ਾਮ ਨੂੰ ਉਹ ਬੰਦਾ ਆਪਣੀ ਫੈਮਲੀ ਨਾਲ ਆਪਣੇ ਬੱਚੇ ਨਾਲ ਆਉਂਦਾ ਹੈ ਤੇ ਵਾਈਫ ਨੂੰ ਉਸੇ ਗੱਡੀ ਦੀ ਚਾਬੀ ਦੇ ਕੇ ਉਹ ਵਾਈਫ ਲੈ ਜਾਂਦੀ ਹੈ ਬੱਚੇ ਨੂੰ ਘਰੇ ਵਾਪਸ। ਤੇ ਜਿਹੜਾ ਬੰਦਾ ਹੈਗਾ, ਜਿਹੜਾ ਮੇਨ ਮੁਖੀ ਹੈਗਾ ਘਰ ਦਾ, ਉਹ ਰੋਜ਼ਗਾਰ ਕਮਾਉਂਦਾ ਹੈ,
ਕਿਆ ਦਿਨ ਦਾ ਬਾਤ ਤੇ ਰਾਤ ਦਾ। ਜੀ। ਤੇ ਇਹ ਵਨ ਆਫ ਐਗਜ਼ਾਮਪਲ ਹੈ ਜੀ। ਇਹੀ ਨਹੀਂ ਬਲਕਿ ਸਾਡੇ ਕੋਲ ਕੁਝ ਇਦਾਂ ਦੇ ਫਾਰਮਰਸ ਵੀ ਨੇ ਜੋ ਕਿ ਸਵੇਰੇ ਸਕੂਲ ਰਨ ਕਰਦੇ ਨੇ, ਸ਼ਾਮ ਨੂੰ ਜੀ। ਸਕੂਲ ਰਨ ਕਰਦੇ ਨੇ ਤੇ ਦਿਨੇ ਆਪਣੀ ਖੇਤੀਬਾੜੀ ਸੰਭਾਲਦੇ ਨੇ, ਜੀ ਆਪਣੇ ਹੋਰ ਫੈਮਿਲੀ ਮੈਂਬਰਸ ਨੂੰ ਸੰਭਾਲਦੇ ਨੇ, ਜਿਨ੍ਹਾਂ ਕੋਲ ਆਪਣੇ ਐਲਡਰਸ ਨੇ ਉਹਨਾਂ ਨੂੰ ਵੀ ਸੰਭਾਲਦੇ ਨੇ। Very ਕੁਝ nice. ਬੰਦੇ ਐਸੇ ਨੇ ਜੋ ਕਿ ਸਿਰਫ ਸੈਟਰਡੇ ਸੰਡੇ ਕੰਮ ਕਰਦੇ ਨੇ, ਬਿਕੋਜ਼ ਉਹਨਾਂ ਦੀ ਹਸਬੈਂਡ ਜਾਂ ਵਾਈਫ ਜਿਹੜੇ ਨੇ ਉਹ ਅੱਛੀ ਜੌਬ ਤੇ ਕੰਮ ਕਰਦੇ ਨੇ ਤੇ ਵੀਕ ਡੇਜ਼ 'ਚ ਉਹ ਆਪਣੇ ਘਰ ਦਾ ਆਪਣਾ ਚਲਾਉਂਦੇ ਨੇ, ਆਪਣਾ ਘਰ ਦਾ ਧਿਆਨ ਰੱਖਦੇ ਨੇ, ਬੱਚਿਆਂ ਦਾ ਧਿਆਨ ਰੱਖਦੇ ਨੇ ਤੇ ਜੀ। ਸੈਟਰਡੇ ਸੰਡੇ ਫੁੱਲ ਡੇ ਸਾਡੇ ਕੋਲ ਕੰਮ ਕਰਦੇ ਨੇ। ਸਾਡੇ ਕੋਲ ਉਹ ਓਪਰਚੁਨਿਟੀਜ਼ ਵੀ ਨੇ ਤੇ ਪਾਰਟ ਟਾਈਮ ਤੋਂ ਲੈ ਕੇ ਕੁੱਲ ਮਿਲਾ ਕੇ ਸਾਡੇ ਕੋਲ 5 ਘੰਟੇ ਤੋਂ ਲੈ ਕੇ 35 ਘੰਟੇ ਤੱਕ, ਫੁੱਲ ਟਾਈਮ 'ਚ ਲੈ ਕੇ ਮਿਨੀਮਮ 35 ਤੋਂ ਲੈ ਕੇ ਹਾਈਐਸਟ ਜਿਹੜਾ ਬੰਦਾ ਕਮਾ ਰਿਹਾ ਹੈਗਾ ਉਹ 130 ਘੰਟੇ ਕਮਾ ਰਿਹਾ ਜੀ ਫੋਰਟਨਾਈਟ ਦੇ ਅੰਦਰ। ਲੀਗਲੀ 130 ਘੰਟੇ ਫੋਰਟਨਾਈਟ ਦੇ ਅੰਦਰ ਵੈਲ ਆਫ ਜੌਬ ਹੈ ਜੀ, ਵੈਲ ਪੇਡ ਜੌਬ ਹੈ। ਤੁਹਾਨੂੰ ਲੋਨ ਲੈਣ 'ਚ ਮੈਨੂੰ ਨਹੀਂ ਲੱਗਦਾ ਕੋਈ ਹੈਰਾਨੀ ਜਾਂ ਫਿਰ ਕੋਈ ਇੱਦਾਂ ਦੀ ਦਿੱਕਤ ਆਊਗੀ। ਨਾਟ ਓਨਲੀ ਦੈਟ ਜੀ, ਸਾਡੇ ਕੋਲ ਕੰਪਨੀਜ਼ 'ਚ ਜਿਹੜੇ ਟੀਮ ਮੈਂਬਰਸ ਨੇ ਇੱਦਾਂ ਦੇ ਵੀ ਨੇ ਜੋ ਕਿ ਆਪਣੀ ਲਿਮਿਟ ਤੋਂ ਬਾਹਰ ਜਾ ਕੇ ਵੀ ਹੈਲਪ ਕਰਦੇ ਨੇ। ਕਿਸੇ ਨੂੰ ਲੋਨ ਲੈਣਾ ਹੈ, ਕਿਸੇ ਨੂੰ ਲੈਟਰ ਚਾਹੀਦਾ ਹੈਗਾ, ਕਿਸੇ ਨੂੰ ਅਰਜੈਂਟ ਲੈਟਰ ਚਾਹੀਦਾ ਵੀ ਅੱਜ ਹੀ ਲੋਨ ਕਰਾਉਣਾ ਤੇ ਅੱਜ ਹੀ ਸਾਨੂੰ ਲੈਟਰ ਚਾਹੀਦਾ ਤੇ ਉਹ ਵੀ ਅਸੀਂ ਪ੍ਰੋਵਾਈਡ ਕਰਾਉਂਦੇ ਹਾਂ। ਅੱਛਾ ਤੇ ਕਹਿਣ ਦਾ ਮਤਲਬ ਵੀ ਨਾਟ ਓਨਲੀ ਯੂ ਆਰ ਅ EMPLOYEE ਫॉर ਅਸ, ਯੂ ਆਰ ਆਲਸੋ ਅ ਫੈਮਿਲੀ ਮੈਂਬਰ। ਤੁਹਾਡੇ ਕੋਲ ਇੱਕ ਫੈਮਿਲੀ ਘਰੇ ਹੈਗੀ ਹੈ, ਇੱਕ ਫੈਮਿਲੀ ਤੁਹਾਡੇ ਕੋਲ ਕੰਮ ਤੇ ਹੋ ਜਾਂਦੀ ਹੈ ਜੋ ਕਿ ਤੁਹਾਨੂੰ ਲੁੱਕ ਆਫਟਰ ਕਰਦੀ ਹੈ। ਵੈਰੀ ਨਾਈਸ। ਜੀ ਸਦਕੇ ਤੁਸੀਂ ਇਸ ਨੰਬਰ ਤੇ ਕਾਲ ਕਰ ਸਕਦੇ ਹੋ, ਆ ਸਕਦੇ ਹੋ ਆਪਣੇ ਐਕਸਪ੍ਰੈਸ਼ਨ ਆਫ ਇੰਟਰਸਟ ਲੈ ਕੇ। ਅਸੀਂ ਆਪਣੇ ਤਰਫੋਂ ਪੂਰੀ ਕੋਸ਼ਿਸ਼ ਕਰਾਂਗੇ ਕਿੱਥੇ ਤੁਹਾਨੂੰ ਅਕੋਮੋਡੇਟ ਕਰੀਏ। ਜੇ ਤੁਸੀਂ ਕੁਆਲੀਫਾਈਡ ਹੋ, ਤੁਸੀਂ ਸਟ੍ਰੇਟ ਅਵੇ ਸਟਾਰਟ ਕਰ ਰਹੇ ਹੋ ਐਵਰੀ ਮੰਡੇ ਮਾਰਨਿੰਗ। ਜੇ ਤੁਸੀਂ ਕੁਆਲੀਫਾਈਡ ਨਹੀਂ ਹੋ, ਤੁਹਾਨੂੰ 4 ਵੀਕ ਵੀ ਲੱਗ ਸਕਦੇ ਆ ਤੁਹਾਨੂੰ ਰੈਡੀ ਹੋਣ ਨੂੰ, 6 ਵੀਕ ਵੀ ਲੱਗ ਸਕਦੇ ਆ, ਬਟ ਤੁਹਾਨੂੰ ਅਸੀਂ ਤਾਂ ਤੱਕ ਰੋਡ ਤੇ ਨਹੀਂ ਛੱਡਾਂਗੇ ਆਪਣੇ ਆਪ ਜਦ ਤੱਕ ਅਸੀਂ ਕੌਨਫੀਡੈਂਟ ਨਹੀਂ ਹੈਗੇ ਜਾਂ ਤੁਸੀਂ ਕੌਨਫੀਡੈਂਟ ਨਹੀਂ ਹੈਗੇ ਆਪ ਚਲਾਉਣ ਲਈ। ਔਰ ਵੈਸੇ ਵੀ ਮੈਨੂੰ ਇਹ ਲੱਗਦਾ ਹੁੰਦਾ ਵੀ ਜਦੋਂ ਕੋਈ ਵੀ ਨਿਊਜ਼ੀਲੈਂਡ ਦੀਆਂ ਸੜਕਾਂ ਦੇ ਉੱਤੇ, ਚਾਹੇ ਕੋਈ ਕਾਰ ਡਰਾਈਵਰ ਆ, ਚਾਹੇ ਕੋਈ ਸਾਈਕਲ ਚਲਾ ਰਿਹਾ ਜਾਂ ਬੱਸ ਚਲਾ ਰਿਹਾ, ਤਿਵੇਂ ਉਹਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਇੰਡੀਵਿਜੂਅਲੀ ਵੱਧਦੀ ਜਾਂਦੀ ਹੈ ਇਸ ਮੁਲਕ ਦੇ ਪ੍ਰਤੀ। ਭਾਜੀ ਸਾਡੇ ਇੱਕ ਪਿਆਰੇ ਸਰੋਤੇ ਸੁਖੀ ਸਿੰਘ ਗੋਲਡੀ, ਉਹਨਾਂ ਦਾ ਕੰਸਰਨ ਆਇਆ, ਕਹਿੰਦੇ ਸ਼ਾਇਦ ਨੰਬਰ ਡਿਸਪਲੇ ਜਿਹੜਾ ਉਹ ਗਲਤ ਹੋ ਰਿਹਾ। ਇੱਕ ਨੰਬਰ ਤਾਂ ਜਿਹੜਾ ਮੈਂ ਹੁਣ ਚੇਂਜ ਕਰ ਦਿੱਤਾ ਜੀ, ਜੇ ਤੁਸੀਂ ਕਾਈਂਡਲੀ ਦੁਬਾਰਾ ਚੈੱਕ ਕਰ ਸਕੋ, ਜਿਹੜਾ 09 ਆਕਲੈਂਡ ਵਾਲਾ 832542 ਨੰਬਰ ਮੈਂ ਇੱਕ ਜਿਹੜਾ ਉਹ ਐਡਿਟ ਕਰਤਾ ਜੀ ਸਕਰੀਨ ਤੇ। ਇੱਕ ਹੈਗਾ 0800 488 848। ਠੀਕ ਹੈ ਜੀ, ਸੋ ਇਹੀ ਨੰਬਰ ਹੈ ਜੀ। ਜ਼ਰੂਰ ਅਸੀਂ ਕੋਸ਼ਿਸ਼ ਕਰਾਂਗੇ ਵੀ ਜਦੋਂ ਇਸ ਗੱਲਬਾਤ ਨੂੰ ਤੁਸੀਂ ਬਾਅਦ ਵਿੱਚ YouTube ਤੇ ਸੁਣਨਾ ਜਾਂ ਬਾਅਦ ਵਿੱਚ ਜਿਨ੍ਹਾਂ ਨੇ ਵੀਡੀਓ ਦੇਖਣੀ ਹੈ ਉਹਦੇ ਵਿੱਚ ਕੋਈ ਵੀ ਜੇ ਕੋਈ ਟੈਕਨੀਕਲ ਐਰਰ ਹੋਈ ਉਸ ਨੂੰ ਅਸੀਂ ਰੈਕਟੀਫਾਈ ਕਰਕੇ ਹੀ ਤੁਹਾਡੀ ਕਚਹਿਰੀ 'ਚ ਹਾਜ਼ਰ ਕਰਾਂਗੇ। ਕੁਲਦੀਪ ਭਾਜੀ ਤੁਸੀਂ ਜ਼ਿਕਰ ਕੀਤਾ, ਮੈਂ ਦੇਖ ਰਿਹਾ ਸੀ ਬੈਕ ਆਫ ਮਾਈ ਮਾਈਂਡ ਉਹ ਚੀਜ਼ਾਂ ਘੁੰਮ ਰਹੀਆਂ ਸੀ ਜਦੋਂ ਮੈਂ ਫੋਟੋਜ਼ ਦੇਖ ਰਿਹਾ ਸੀ ਆਪਣੇ ਕੁਝ ਪੰਜਾਬੀ ਜਿਹੜੇ ਸਿੱਖ ਸਰਦਾਰ ਨੌਜਵਾਨ ਜਾਂ ਭਾਜੀ ਰਘਵੀਰ ਉਹਨਾਂ ਦੀ ਮੈਂ ਫੋਟੋ ਦੇਖ ਰਿਹਾ ਸੀ। ਬੜੀਆਂ ਸੋਹਣੀਆਂ ਮੁੱਛਾਂ ਰੱਖੀਆਂ ਉਹਨਾਂ ਨੇ ਤੇ ਬੜਾ ਜਦੋਂ ਡਰਾਈਵਰ ਸੀਟ ਦੇ ਉੱਤੇ ਬੈਠੇ ਤਾਂ ਬਹੁਤ ਖੁਸ਼ਨੁਮਾ ਫੋਟੋਜ਼ ਉਹਨਾਂ ਦੀਆਂ। ਆਈ ਕੈਨ ਇਮੈਜਿਨ ਕਿ ਉਹ ਅੰਦਰੋਂ ਜਿਹੜੇ ਆ ਇਸ ਗੱਲ ਤੋਂ ਪੂਰੇ ਸੰਤੁਸ਼ਟ ਨੇ, ਸੈਟਿਸਫਾਈਡ ਨੇ ਕਿ ਇਹ ਜੌਬ ਜਿਹੜੀ ਆ ਇਸ ਨੇ ਉਹਨਾਂ ਨੂੰ ਵਾਕਈ ਖੁਸ਼ੀ ਦਿੱਤੀ ਆ। ਸਾਡੇ ਭਾਈਚਾਰੇ ਦੇ ਵਿੱਚ ਕਈ ਵਾਰ ਅਸੀਂ ਜੌਬ ਨੂੰ ਸਿਰਫ ਤੇ ਸਿਰਫ ਪੈਸੇ ਕਰਕੇ ਹੀ ਕਰਦੇ ਹਾਂ। ਇਹ ਜ਼ਰੂਰੀ ਹੋ ਜਾਂਦਾ ਵੀ ਜਿਹੜੀ ਵੀ ਤੁਸੀਂ ਜਿਹੜੇ ਵੀ ਕਿੱਤੇ ਵਿੱਚ ਹੋ, ਚਾਹੇ ਜਿਹੜੇ ਕਿੱਤੇ ਵਿੱਚ ਮੈਂ ਆ ਜਾਂ ਜਿੱਥੇ ਕਮਲਦੀਪ ਹੁਣੀ ਬੈਠੇ ਆ, ਅਸੀਂ ਆਪਣੇ ਕਿੱਤੇ ਨੂੰ, ਆਪਣੇ ਪ੍ਰੋਫੈਸ਼ਨ ਨੂੰ ਪਿਆਰ ਜ਼ਰੂਰ ਕਰੀਏ। ਸੋ ਮੈਨੂੰ ਇਹ ਦੇਖ ਕੇ ਬਹੁਤ ਖੁਸ਼ੀ ਹੋਈ। ਉਹ ਜਿਹੜਾ ਡਰਾਈਵਰਾਂ ਦੇ ਚਿਹਰੇ ਤੇ ਜਲਾਉ ਆ ਰਿਹਾ ਉਹ ਤੁਹਾਡੇ ਕਹੇ ਤੇ ਆ ਜਾਂ ਡਰਾਈਵਰ ਸੱਚੀ ਖੁਸ਼ ਆ? ਨਹੀਂ ਜੀ, ਬਿਲਕੁਲ ਡਰਾਈਵਰ ਆਪਣੇ ਕਿੱਤੇ ਤੇ ਖੁਸ਼ ਨੇ ਜੀ। ਬਿਲਕੁਲ ਉਹਨਾਂ ਦੀ ਫਾਈਨੈਂਸ਼ੀਅਲੀ ਜਿਹੜੀ ਸਟੇਬਿਲਿਟੀ ਹੈਗੀ ਹੈ, ਲੌਂਗ ਟਰਮ ਜੌਬ ਸਟੇਬਿਲਿਟੀ ਜਿਹੜੀ ਹੈਗੀ ਹੈ, ਉਹਨਾਂ ਨੂੰ ਸੈਕਿੰਡ ਥੋਟ ਹੈ ਨਹੀਂ ਵੀ ਅਸੀਂ ਘਰੇ ਜਾ ਕੇ ਜੌਬ ਬਾਰੇ ਆਪਾਂ ਕੁਝ ਸੋਚੀਏ। ਜਿੱਦਾਂ ਹੁਣ ਪਿੱਛੇ ਜੀ ਲੋਕਡਾਊਨ ਹੋਇਆ ਸੀਗਾ, ਅਸੀਂ ਦੇਖਿਆ ਕਾਫੀ ਇੰਡਸਟਰੀਜ਼ ਲੈਕ ਬਿਹਾਈਂਡ ਹੋ ਗਈਆਂ ਫਾਈਨੈਂਸ਼ੀਅਲੀ। ਬਿਲਕੁਲ ਸਾਡੀ ਇੰਡਸਟਰੀ ਜਿਹੜੀ ਹੈ ਉਹ ਐਸੈਂਸ਼ੀਅਲ ਸਕਿੱਲ ਦੇ ਅੰਦਰ ਆਉਂਦੀ ਹੈ ਜੀ, ਤੇ ਦੈਟ ਮੀਨਸ ਅਗਰ ਲੋਕਡਾਊਨ ਹੋ ਵੀ ਰਿਹਾ ਤੁਹਾਡੇ ਰੋਸਟਰ ਜਿਹੜਾ ਕਮਿਟਡ ਰੋਸਟਰ ਹੈ ਉਹ ਤੁਹਾਨੂੰ ਪੇ ਹੋਊਗਾ ਹੀ ਹੋਊਗਾ, ਡਜ਼ਨਟ ਮੈਟਰ ਵਾਟਸ ਹੈਪਨਿੰਗ ਇਨ ਦਾ ਵਰਲਡ। ਵੈਰੀ ਨਾਈਸ, ਵੈਰੀ ਨਾਈਸ। ਅੱਛਾ, ਜਿਹੜਾ ਕੌਂਸਲ ਦੇ ਨਾਲ ਤੁਹਾਡੀ ਸੈਟਿੰਗ ਆ ਬੱਸ ਕੰਪਨੀਆਂ ਦੀ, ਉਹਦੇ ਉੱਤੇ ਜੇ ਤੁਸੀਂ ਕੋਈ ਟਿੱਪਣੀ ਕਰਨੀ ਚਾਹੋ ਉਹ ਵੀ ਕਰ ਸਕਦੇ ਹੋ। ਜਿਹੜੀਆਂ ਸਾਡੀਆਂ ਓਬਲੀਗੇਸ਼ਨਸ ਨੇ ਸਾਡੇ ਡਰਾਈਵਰ ਭੈਣਾਂ ਭਰਾਵਾਂ ਦੀਆਂ, ਜਿਨ੍ਹਾਂ ਨੂੰ ਲੈ ਕੇ ਕੰਪਨੀ ਦੇ ਨਾਲ ਤਾਂ ਉਹਨਾਂ ਦੀਆਂ ਜੋ ਰੂਲਸ ਐਂਡ ਰੈਗੂਲੇਸ਼ਨਸ ਦੇ ਮੁਤਾਬਕ ਓਬਲੀਗੇਸ਼ਨ ਹਨ, ਜਾਂ ਪਬਲਿਕ ਟਰਾਂਸਪੋਰਟ ਓਪਰੇਟ ਕਰਨ ਦੇ ਪੱਖੋਂ ਜੋ NZT ਦੀਆਂ ਰਿਕੁਆਇਰਮੈਂਟਸ ਆ ਉਹ ਤਾਂ ਉਹਨਾਂ ਨੂੰ ਨਿਭਾਉਣੀਆਂ ਹੀ ਪੈਣੀਆਂ। ਹਰੇਕ ਕੰਮ ਦੇ ਆਪਣੇ ਐਥਿਕਸ ਹੁੰਦੇ ਆ। ਆਕਲੈਂਡ ਸਿਟੀ ਕੌਂਸਲ ਦੇ ਨਾਲ ਜਿਹੜਾ ਤੁਹਾਡਾ ਕੰਟਰੈਕਟ ਹੁੰਦਾ ਉਹਦੇ ਵਿੱਚ ਕੋਈ ਖਾਸ, ਕੋਈ ਜ਼ਿਆਦਾ ਸਟ੍ਰਿਕਟ ਜਿਹੜੀਆਂ ਹੁੰਦੀਆਂ ਰੈਗੂਲੇਸ਼ਨਸ ਜਿਹੜੀਆਂ ਫੋਲੋ ਕਰਨੀਆਂ ਪੈਂਦੀਆਂ? ਬਿਲਕੁਲ ਜੀ, ਜਿੱਦਾਂ ਜਦੋਂ ਅਸੀਂ ਇੰਡੀਵਿਜੂਅਲ ਨੂੰ ਹਾਇਰ ਕਰਦੇ ਹਾਂ, ਐਮਪਲੋਇਮੈਂਟ ਦਿੰਦੇ ਹਾਂ, ਤੇ ਕੁਝ ਚੀਜ਼ਾਂ ਦੇਖੀ ਜਾਂਦੀਆਂ ਵੀ ਉਹਨਾਂ ਦੇ ਕੋਲ ਕਲੀਨ ਲਾਇਸੈਂਸ ਹੋਵੇ,
ਕਲੀਨ ਇਨ ਦੈਟ ਸੈਂਸ ਵੀ ਡੇਂਜਰਸ ਡਰਾਈਵਿੰਗ ਨਾ ਹੋਵੇ, ਹਿਟ ਐਂਡ ਰਨ, ਡਰਿੰਕ ਐਂਡ ਡਰਾਈਵ ਇਦਾਂ ਦਾ ਕੇਸਿਸ ਨਾ ਹੋਵੇ। ਬਟ ਇੰਡੀਵਿਜੂਅਲੀ ਉਹਨਾਂ ਨੂੰ ਵੀ ਹੈਲਪ ਕੀਤੀ ਜਾਂਦੀ ਹੈ। ਕਈਆਂ ਨੇ ਭੁੱਲੇ ਪਾਣੇ 'ਚ ਕਿਤੇ 10 ਸਾਲ ਪਹਿਲਾਂ ਕਿਸੇ ਮਿਸਟੇਕ ਕਰਤੀ ਹੈਗੀ ਹੈ ਤੇ ਉਹ ਨਾਲ ਲੈ ਕੇ ਚੱਲ ਰਹੇ ਹਨ, ਉਹਦੇ ਲਈ ਵੀ ਕੰਪਨੀ ਸਪੋਰਟ ਕਰਦੀ ਹੈ, ਲੈਟਰ ਲਿਖ ਕੇ ਦਿੰਦੀ ਹੈ ਵੀ ਹਾਂ ਦਿਸ ਪਰਸਨ ਵਾਨਾ ਚੇਂਜ, ਕੀ ਇਹਨੇ ਚੇਂਜ ਕਰਨਾ, ਆਪਣਾ ਰੋਜੀ ਰੋਟੀ ਕਮਾਉਣਾ ਚਾਹੁੰਦਾ, ਤੇ ਉਹਦੇ ਲਈ ਵੀ ਕੰਪਨੀ ਵੱਲੋਂ ਜਿਹੜੀ ਇੱਕ ਸੋਸ਼ਲ ਸਪੋਰਟ ਉਹ ਵੀ ਦਿੱਤੀ ਜਾਂਦੀ ਹੈਗੀ ਹੈ। ਤੇ ਜਿੱਦਾਂ ਕਿ ਕਿਹਾ ਵੀ ਕਾਉਂਸਲ ਨੂੰ ਅਸੀਂ ਰਿਪੋਰਟ ਕਰਦੇ ਹਾਂ, ਮਿਨਿਸਟਰੀ ਆਫ ਐਜੂਕੇਸ਼ਨ ਨੂੰ ਅਸੀਂ ਰਿਪੋਰਟ ਕਰਦੇ ਹਾਂ, ਨਿਊਜ਼ੀਲੈਂਡ ਟਰਾਂਸਪੋਰਟ ਅਥਾਰਟੀ ਨੂੰ ਅਸੀਂ ਰਿਪੋਰਟ ਕਰਦੇ ਹਾਂ, ਤੇ ਉਹ ਉਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਨਿਊਜ਼ੀਲੈਂਡ ਲਾਅ ਜਿਹੜਾ ਸਾਨੂੰ ਮੇਨਟੇਨ ਕਰਨਾ ਪੈਂਦਾ ਹੈ, ਉਹਦੇ ਵਿੱਚ ਤੁਹਾਡੀ ਪੁਲਿਸ ਕਲੀਅਰੈਂਸ ਕੀਤੀ ਜਾਂਦੀ ਹੈ, ਡਰੱਗ ਐਂਡ ਐਲਕੋਹਲ ਟੈਸਟ ਅਪਲਾਈ ਕੀਤਾ ਜਾਂਦਾ ਹੈ ਜੋ ਕਿ ਇਨ ਹਾਊਸ ਹੁੰਦਾ ਸਾਡੇ ਕੋਲ, ਮਿਨੀਮਮ ਡਰਾਈਵਿੰਗ ਰਿਕੁਆਇਰਮੈਂਟਸ ਜਿਹੜੀ ਹੁੰਦੀ ਹੈ ਉਹ ਦੇਖੀ ਜਾਂਦੀ ਹੈ ਜੋ ਕਿ ਕਲਾਸ 1 ਜਿਹੜਾ ਹੈਗਾ 2 ਸਾਲ ਪੁਰਾਣਾ ਹੋਣਾ ਚਾਹੀਦਾ ਨਿਊਜ਼ੀਲੈਂਡ ਦਾ। ਜੇ ਉਹਦੇ ਕੋਲ ਉਹ ਤੁਹਾਡੇ ਕੋਲ ਨਹੀਂ ਹੈਗਾ, ਤੁਹਾਡੇ ਕੋਲ ਓਵਰਸੀਜ਼ ਲਾਇਸੈਂਸ ਹੈਗਾ, ਉਹਨੂੰ ਅਸੀਂ ਨਿਊਜ਼ੀਲੈਂਡ ਐਕਸਪੀਰੀਅੰਸ 'ਚ ਕਨਵਰਟ ਕਰਾ ਸਕਦੇ ਹਾਂ। ਉਹਦਾ ਵੀ ਆਪਸ਼ਨ ਜੋ ਹੈ ਸੋਸ਼ਲ ਜਿਹੜੀ ਹੈਲਪ ਹੈਗੀ ਆ ਉਹ ਵੀ ਸਾਡੇ ਵੱਲੋਂ ਦਿੱਤੀ ਜਾਂਦੀ ਹੈ ਕਿ ਤੁਸੀਂ ਅਗਰ ਨਹੀਂ ਵੀ ਜੁਆਇਨ ਕੀਤਾ ਡਜ਼ਨਟ ਮੈਟਰ, ਕਿ ਤੁਹਾਨੂੰ ਇੱਕ ਪਾਥਵੇ ਜਿਹੜਾ ਹੈਗਾ ਲਾਇਸੈਂਸ ਕਰਨ। Subscribe now and press the bell icon. Never miss an update.